ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਹੜੇ ਗੁਰਸਿੱਖ ਪਿਆਰੇ ਆਪਣੇ ਪਰਿਵਾਰ ਸਮੇਤ ਬੱਚਿਆਂ ਨਾਲ ਬੈਠ ਕੇ ਅਰਥਾਂ ਸਮੇਤ ਸਹਿਜ ਪਾਠ ਕਰਨਾ ਚਾਹੁੰਦੇ ਨੇ, ਉਹਨਾਂ ਵਾਸਤੇ ਇੱਕ ਕੰਟੀਨਿਊ ਸੀਰੀਜ਼ ਸ਼ੁਰੂ ਕੀਤੀ ਗਈ ਹੈ। ਅੱਧੇ ਘੰਟੇ ਦੀ ਵੀਡੀਓ ਤੁਸੀਂ ਗੁਰੂ ਦੇ ਪਿਆਰ ਵਿੱਚ ਆ ਕੇ ਫੋਲੋ ਕਰਨੀ ਹੈ। ਨਾਲੇ ਤੇ ਪਾਵਨ ਪਵਿੱਤਰ ਗੁਰਬਾਣੀ ਦਾ ਸਹਿਜ ਪਾਠ ਹੋ ਜਾਏਗਾ, ਨਾਲੇ ਅਰਥ ਸੁਣਦਿਆਂ ਸੁਣਦਿਆਂ ਸਾਡੇ ਅੰਦਰ ਇੰਸਟਾਲ ਹੋਣਗੇ। ਕਿਸੇ ਸਮੇਂ ਵੀ ਇਸ ਅਰਥਾਂ ਸਮੇਤ ਸਹਿਜ ਪਾਠ ਦੇ ਪਿਛਲੇ ਐਪੀਸੋਡਸ ਦੇਖਣ ਵਾਸਤੇ YouTube ਦੇ ਗੁਰਗਿਆਨ ਟੀਵੀ ਤੇ ਜਾਣਾ। ਇਹ ਲੋਗੋ ਤੁਹਾਨੂੰ ਦਿਖਾਈ ਦੇਗਾ। ਗੁਰਗਿਆਨ ਟੀਵੀ ਦੇ ਅੰਦਰ ਇੱਕ ਪਲੇਲਿਸਟ ਹੈ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚ ਇਹ ਸਾਰੇ ਐਪੀਸੋਡਸ ਤੁਹਾਨੂੰ ਮਿਲ ਜਾਣਗੇ। ਜੇ ਤੁਸੀਂ ਹਾਲੇ ਤੱਕ ਗੁਰਗਿਆਨ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਦਾ ਬਟਨ ਜ਼ਰੂਰ ਦਬਾ ਦੇਣਾ, ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਜਾਇਆ ਕਰੇ। ਜਿਨ੍ਹਾਂ ਨੂੰ ਉਪਰਾਲਾ ਚੰਗਾ ਲੱਗਿਆ, ਆਪਣੇ ਮਿੱਤਰਾਂ, ਦੋਸਤਾਂ, ਰਿਸ਼ਤੇਦਾਰਾਂ ਨੂੰ ਜ਼ਰੂਰ ਇਹ ਲਿੰਕ ਭੇਜਣਾ। ਹਰ ਇੱਕ ਨੂੰ ਦੱਸਣਾ, ਆਓ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਆਪਾਂ ਪਿਛਲੇ ਐਪੀਸੋਡ ਦੇ ਵਿੱਚ ਮਾਝ ਰਾਗ ਦੀ 29ਵੀਂ ਅਸ਼ਟਪਦੀ ਅਤੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ ਉਚਾਰਨ ਕੀਤੀ ਹੋਈ 28ਵੀਂ ਅਸ਼ਟਪਦੀ, ਉਹਦੇ 4 ਪਦਿਆਂ ਦੀ ਵਿਚਾਰ ਆਪਾਂ ਕੱਲ੍ਹ ਕੀਤੀ ਸੀ। ਉਸ ਵਿੱਚ ਉਹ ਜੀਵਨ, ਜਿਸ ਜੀਵਨ ਨੂੰ ਗੁਰੂ ਪਾਤਸ਼ਾਹ ਕਹਿੰਦੇ ਸੀ ਮੈਂ ਉਸ ਤੋਂ ਬਲਿਹਾਰ ਜਾਂਦਾ ਹਾਂ, ਜਿਸ ਨੇ ਗੁਰੂ ਦੇ ਉਪਦੇਸ਼ਾਂ ਨੂੰ ਮੰਨਿਆ। ਅੱਜ 5ਵਾਂ ਪਦਾ, ਜਿਹੜਾ ਜੀਵਨ ਮਨਮੁਖਤਾਈ ਦੇ ਰਸਤੇ ਤੇ ਤੁਰਦਾ ਹੈ, ਮਨ ਦੇ ਪਿੱਛੇ ਲੱਗ ਕੇ, ਆਪਣੇ ਸੁਭਾਅ ਦੇ ਪਿੱਛੇ ਲੱਗ ਕੇ, ਆਪਣੀ ਸੋਚ ਦੇ ਪਿੱਛੇ ਲੱਗ ਕੇ ਜੀਵਨ ਜਿਉਣ ਵਾਲਾ, ਉਸ ਦੇ ਅੰਦਰਲੇ ਵਰਤਾਰੇ ਨੂੰ ਗੁਰੂ ਪਾਤਸ਼ਾਹ ਅੱਜ ਸਾਡੇ ਸਾਹਮਣੇ ਰੱਖ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 127 ਦੇ ਉੱਪਰ ਅੰਕਿਤ। ਆਓ ਗੁਰੂ ਉਪਦੇਸ਼ਾਂ ਦੇ ਦੀਦਾਰ ਕਰੀਏ ਜੀ। ਜਮ ਜਾਗਾਤੀ ਦੂਜੈ ਭਾਏ ਕਰ ਲਾਏ ਜਾਗਾਤ। ਆਪਾਂ ਦੇਖਦੇ ਸੜਕ ਦੇ ਉੱਪਰ ਟੋਲ ਟੈਕਸ ਲੱਗਿਆ ਹੁੰਦਾ ਹੈ। ਉਸ ਟੋਲ ਦੇ ਉੱਪਰ ਟੈਕਸ ਸਾਡੇ ਤੋਂ ਲਿਆ ਜਾਂਦਾ ਹੈ। ਜਦੋਂ ਕੋਈ ਧਰਮ ਦੇ ਕਰਮ ਕਰਦਾ ਹੈ, ਚਾਹੇ ਉਹ ਸੇਵਾ ਕਰਦਾ ਹੈ, ਚਾਹੇ ਉਹ ਸੰਗਤ ਕਰਦਾ ਹੈ, ਜਾਂ ਉਹ ਧਾਰਮਿਕ ਕੋਈ ਵੀ ਪ੍ਰਕਿਰਿਆ ਕਰਦਾ ਹੈ, ਤਾਂ ਉਹਦੇ ਅੰਦਰ ਬਖਸ਼ਿਸ਼ ਵਾਸਤੇ ਉਹਦਾ ਸੁਭਾਅ, ਉਹਦੀ ਸੋਚ, ਇੱਕ ਖੇਤ ਸਮਰਿਆ ਜਾਂਦਾ ਜਿੱਥੇ ਬਖਸ਼ਿਸ਼ ਦਾ ਬੀਜ ਬੀਜਿਆ ਜਾਣਾ। ਉਹ ਧਰਮ ਦੇ ਕਰਮ ਹੈ ਹੀ ਇਸ ਵਾਸਤੇ, ਪਰ ਜਦੋਂ ਉਸ ਨੂੰ ਅਸਲੀ ਵਿਜ਼ਨ ਨਾ ਪਤਾ ਲੱਗਿਆ, ਮਕਸਦ ਨਾ ਪਤਾ ਲੱਗਿਆ, ਬਖਸ਼ਿਸ਼ ਉਹਦਾ ਵਿਜ਼ਨ ਨਹੀਂ ਹੈ, ਉਹ ਤੇ ਦੁਨਿਆਵੀ ਮੰਗਾਂ ਲਈ ਕਰ ਰਿਹਾ, ਉਹ ਤੇ ਦੁਨਿਆਵੀ ਪ੍ਰਾਪਤੀਆਂ ਲਈ ਕਰ ਰਿਹਾ, ਕਿਉਂਕਿ ਸਾਰੀ ਜ਼ਿੰਦਗੀ ਦੁਨਿਆਵੀ ਪ੍ਰਾਪਤੀਆਂ ਨੂੰ ਹੀ ਇਤਨੀ ਇੰਪੋਰਟੈਂਸ ਦੇ ਰਿਹਾ ਹੈ, ਉਹਨੂੰ ਫਸਟ ਪ੍ਰਾਇੋਰਟੀ 'ਤੇ ਰੱਖ ਰਿਹਾ ਹੈ। ਦੁਨੀਆ ਦੀਆਂ ਪ੍ਰਾਪਤੀਆਂ, ਧਨ ਪ੍ਰਾਪਤੀ, ਪ੍ਰੋਪਰਟੀ ਲੈ ਲੈਣੀ, ਪ੍ਰੋਪਰਟੀ ਵਧਾਉਣੀ, ਪਦਵੀ, ਇਹਨੂੰ ਇਤਨਾ ਫਸਟ ਪ੍ਰਾਇੋਰਟੀ 'ਤੇ ਰੱਖ ਲਿਆ ਕਿ ਇਹਦੇ ਲਈ ਪਰਿਵਾਰ ਵਿੱਚ ਬੈਠਣਾ ਵੀ ਭੁੱਲ ਗਿਆ। ਇੱਥੇ ਮੈਂ ਇੱਕ ਫਿਰ ਬੇਨਤੀ ਕਰਾਂ, ਇਹ ਨਾ ਮਕਸਦ ਲਿਓ ਇਸ ਦਾ। ਇਹਦੇ ਅਰਥ ਇਹ ਨਹੀਂ ਹੈ ਕਿ ਪ੍ਰੋਪਰਟੀ ਬਣਾਉਣੀ ਹੀ ਨਹੀਂ ਹੈ ਜਾਂ ਪੈਸਾ ਕਮਾਉਣਾ ਹੀ ਨਹੀਂ ਹੈ, ਬਣਾਉਣੀ ਹੈ। ਤੁਸੀਂ ਉਸ ਗੁਰੂ ਸਾਹਿਬ ਦੇ ਗੁਰਸਿੱਖ ਹੋਣ ਜਿਨ੍ਹਾਂ ਰੋਇਲ ਲਾਈਫ ਜਿਉਈ ਹੈ, ਤੁਸੀਂ ਰੋਇਲ ਲਾਈਫ ਲਈ ਅਮੀਰ ਬਣੋ, ਪ੍ਰੋਪਰਟੀ ਬਣਾਓ, ਪਦਵੀ ਲਓ, ਪਰ ਵਿਜ਼ਨ ਕਲੀਅਰ ਹੋਣਾ ਚਾਹੀਦਾ ਹੈ। ਕਿਤੇ ਇਹਨੂੰ ਇਤਨੀ ਫਸਟ ਪ੍ਰਾਇੋਰਟੀ 'ਤੇ ਨਾ ਰੱਖ ਲਿਓ ਕਿ ਸਾਰੀ ਜ਼ਿੰਦਗੀ ਪੈਸਾ ਕਮਾਉਣ 'ਤੇ, ਪ੍ਰੋਪਰਟੀ ਬਣਾਉਣ 'ਤੇ ਜਾਂ ਪਦਵੀ ਲੈਣ 'ਤੇ ਲਾਤੀ। ਆਪਣੇ ਬੱਚਿਆਂ ਨੂੰ ਸਿੱਖੀ ਸੰਸਕਾਰ
ਗੁਰਮਤਿ ਸੰਸਕਾਰ, ਗੁਰਬਾਣੀ ਸੰਸਕਾਰ ਦੇ ਨਾ ਸਕੇ। ਘਰ ਵਿੱਚ ਏਕਤਾ ਇਤਫਾਕ ਨਾ ਬਣ ਸਕੀ। ਇੱਕ ਦਾ ਮੂੰਹ ਉੱਧਰ ਨੂੰ, ਇੱਕ ਦਾ ਉੱਧਰ ਨੂੰ। ਪਤੀ ਪਤਨੀ ਦੀਆਂ ਭਾਵਨਾਵਾਂ ਨਹੀਂ ਸਮਝ ਰਿਹਾ ਤੇ ਪਤਨੀ ਪਤੀ ਦੀਆਂ ਭਾਵਨਾਵਾਂ ਨਹੀਂ ਸਮਝ ਰਹੀ। ਨੂੰਹ ਨੇ ਸੱਸ ਸਹੁਰੇ ਦੀ ਕਦਰ ਨਾ ਪਾਈ ਤੇ ਸੱਸ ਸਹੁਰੇ ਨੇ ਨੂੰਹ ਦੀ ਕਦਰ ਨਾ ਪਾਈ। ਭਰਾ ਭਰਾ ਕੋਲੇ ਮਿਲ ਬੈਠਣਾ ਭੁੱਲ ਗਿਆ। ਮਾਪਿਆਂ ਕੋਲੇ ਬੈਠਣਾ ਭੁੱਲ ਗਿਆ। ਗੁਰੂ ਦੇ ਕੋਲ ਬੈਠਣਾ ਭੁੱਲ ਗਿਆ। ਰੱਬ ਕੋਲੇ ਬੈਠਣਾ ਭੁੱਲ ਗਿਆ। ਇਤਨੀ ਫਸਟ ਪ੍ਰਾਇਓਰਟੀ ਤੇ ਰੱਖ ਲਿਆ ਉਸਨੂੰ। ਇੱਕ ਦਿਨ ਪਛਤਾਵਾ ਲੱਗਦਾ, ਮੈਂ ਕੀਤਾ ਕੀ ਆਖੋ ਵਾਹਿਗੁਰੂ। ਹੋਇਆ ਕੀ, ਉਹ ਜਿਤਨੇ ਇੱਕ ਧਰਮ ਦੇ ਕਰਮ ਕਰ ਰਿਹਾ ਸੀ ਨਾ, ਅੰਦਰ ਵਿਜ਼ਨ ਕਲੀਅਰ ਨਹੀਂ ਸੀ। ਵਿਜ਼ਨ ਜਿਹੜਾ ਸੀ ਉਹ ਦੂਸਰੇ ਪਾਸੇ ਦਾ ਸੀ, ਦੁਨਿਆਵੀ ਪ੍ਰਾਪਤੀਆਂ ਦਾ। ਤੇ ਅੰਦਰ ਕਦੀ ਨਫ਼ਰਤ ਆ ਗਈ, ਕਦੀ ਨਿੰਦਾ ਦਾ ਰਸ ਆ ਗਿਆ, ਕਦੀ ਹੰਕਾਰ ਆ ਗਿਆ, ਕਦੀ ਲੋਭ ਲਾਲਚ ਆ ਗਿਆ, ਕਦੀ ਕ੍ਰੋਧ ਨੇ ਹਮਲਾ ਮਾਰਿਆ। ਇੱਦਾਂ ਉਹ ਜਿਹੜੇ ਜੰਮ ਨੇ ਨਾ, 5 ਵਿਕਾਰ ਨੇ, ਇਹਦੇ ਤੋਂ ਟੈਕਸ ਲੈ ਲੈਂਦੇ ਨੇ। ਭਾਵ ਜਿੰਨਾ ਕੁ ਕਰਮ ਕੀਤਾ ਹੈ ਉਹਦਾ ਅਸਰ ਅੰਦਰ ਕੁਛ ਨਹੀਂ ਹੋਇਆ। ਆਖੋ ਵਾਹਿਗੁਰੂ। ਕਿਉਂ? ਕਿਉਂਕਿ ਉਹਨਾਂ ਨੂੰ ਜੋ ਧਰਮ ਦੱਸਿਆ ਗਿਆ ਨਾ, ਉਹ ਅਧੂਰਾ ਦੱਸਿਆ ਗਿਆ। ਆਖੋ ਵਾਹਿਗੁਰੂ। ਉਹਨਾਂ ਆਪ ਕੋਸ਼ਿਸ਼ ਨਾ ਕੀਤੀ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਗੁਰੂ ਉਪਦੇਸ਼ ਦੇ ਖਜ਼ਾਨੇ ਨੇ, ਜਿਹਦੇ ਵਿੱਚੋਂ ਗੁਰਮਤਿ ਸਮਝ ਆਉਣੀ ਹੈ, ਮੈਂ ਆਪ ਅੰਦਰ ਦੀਦਾਰ ਕਰਾਂ। ਉਹ ਭਾਵੇਂ ਅਰਦਾਸ ਵਿੱਚ ਨਿੱਤ ਕਹਿੰਦੇ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਬੋਲਦੇ ਰਹੇ, ਸੁਣਦੇ ਰਹੇ, ਪਰ ਆਪ ਪਾਠ ਦੀਦਾਰ ਨਾ ਕੀਤੇ, ਗੁਰਮਤਿ ਸਮਝ ਨਾ ਆਈ। ਉਹ ਗਿਆਨ ਰੂਪੀ ਨਾਮ ਤੱਕ ਨਾ ਪਹੁੰਚ ਸਕੇ। ਗੁਰੂ ਦੇ ਉਪਦੇਸ਼ ਚੰਗੇ ਨਾ ਲੱਗੇ। ਗੁਰੂ ਦੇ ਉਪਦੇਸ਼ ਜ਼ਿੰਦਗੀ 'ਚ ਮੰਨਣਾ ਮੇਨ ਮਕਸਦ ਸੀ, ਜਿਹਦੇ ਲਈ ਧਰਮ ਦੇ ਕਰਮ ਕਰਨੇ ਸੀ। ਉਹਦੀ ਸੋਝੀ ਨਾ ਆਈ। ਨਾਵਹੁ ਭੁੱਲੇ ਦੇ ਸੁਜਾਏ। ਗਿਆਨ ਰੂਪੀ ਨਾਮ ਤੋਂ ਭੁੱਲੇ ਹੋਣ ਕਰਕੇ ਉਹਨਾਂ ਦੀਆਂ ਆਦਤਾਂ ਨੇ ਉਹਨਾਂ ਨੂੰ ਐਸੀ ਸਜ਼ਾ ਦਿੱਤੀ। ਉਹ ਜਿੰਨੇ ਕੁ ਧਰਮ ਕਰਮ ਕਰਦੇ ਸੀ, ਉਤਨਾ ਕੁ ਬਾਹਰ ਜਾ ਕੇ ਮਨ ਮੈਲਾ ਕਰ ਲੈਂਦੇ ਸਨ। ਇਸ ਤਰ੍ਹਾਂ ਜਿਹੜੀ ਜ਼ਿੰਦਗੀ ਜਿਉਈ ਨਾ, ਘੜੀ ਮਹੱਤ ਕਾ ਲੇਖਾ ਲੇਵੈ, ਰਤੀਓਂ ਮਾਸਾ ਤੋਲ ਕਢਾਵਣਿਆ। ਰੱਬ ਦੇ ਨਿਜ਼ਮ ਨੇ ਫਿਰ ਘੜੀ ਘੜੀ ਦਾ, ਇੱਕ ਪਲ ਪਲ ਦਾ, ਇੱਕ ਰੱਤੀ ਮਾਸਾ ਤੋਲ ਤੇਰਾ ਹਿਸਾਬ ਕਿਤਾਬ ਲੈਣਾ। ਆਖੋ ਵਾਹਿਗੁਰੂ। ਰੱਤੀ ਮਾਸਾ ਤੋਲ ਦੇ ਅਰਥ, ਤੇਰੇ ਅੰਦਰ ਭਾਵਨਾਵਾਂ ਕਿਹੋ ਜਿਹੀਆਂ ਸੀ, ਤੇਰੇ ਅੰਦਰ ਲਗਨ ਕਿਹੜੇ ਪਾਸੇ ਸੀ, ਤੇਰੇ ਅੰਦਰ ਵਿਚਾਰਧਾਰਾ ਕਿਹੋ ਜਿਹੀ ਸੀ, ਤੇਰੀ ਸੋਚ ਕਿਹੋ ਜਿਹੀ ਸੀ, ਤੂੰ ਕਿੱਧਰ ਨੂੰ ਤਰਜੀਹ ਦਿੰਦਾ ਸੀ। ਇਹਨਾਂ ਸਾਰੀਆਂ ਚੀਜ਼ਾਂ ਦਾ ਜਦੋਂ ਲੇਖਾ ਜੋਖਾ ਹੁੰਦਾ ਹੈ ਨਾ, ਉਹ ਧਰਮ ਦੇ ਕਰਮ ਤੇ ਕਰਦਾ ਸੀ। ਦਾਨੀ ਵੀ ਸੀ, ਸੰਗਤ ਵੀ ਕਰਦਾ ਸੀ, ਬਾਣੀ ਵੀ ਪੜ੍ਹ ਲੈਂਦਾ ਸੀ, ਅੰਦਰੋਂ ਲਗਨ ਦੂਜੇ ਪਾਸੇ ਜ਼ਿਆਦਾ ਸੀ। ਨਤੀਜਾ ਕੀ ਹੋਇਆ? ਬੁਢੇਪੇ ਤੱਕ ਪਹੁੰਚਦਿਆਂ ਨਾ ਬੱਚਿਆਂ ਨੇ ਕਦਰ ਪਾਈ, ਨਾ ਪਰਿਵਾਰ ਨੇ ਕਦਰ ਪਾਈ, ਨਾ ਅੰਦਰੋਂ ਸੋਚ ਸੁਭਾਅ ਨੂੰ ਗੁਰਮੁਖ ਬਣਾ ਸਕਿਆ, ਨਾ ਸੋਚ ਨੂੰ ਗੁਰਮਤਿ ਦੀ ਵਿਚਾਰਧਾਰਾ ਵਾਲਾ ਬਣਾ ਸਕਿਆ। ਨਤੀਜਾ ਕੀ ਹੋਇਆ? ਫਿਰ ਪਛਤਾਉਂਦਾ ਏ। ਜਿਨ੍ਹਾਂ ਲਈ ਪ੍ਰਾਪਰਟੀ ਲਈ, ਪੈਸੇ ਲਈ ਇਤਨੀ ਮਿਹਨਤ ਕੀਤੀ, ਕਾਸ਼ ਕਦੀ ਘੱਟ ਮਿਹਨਤ ਕਰਕੇ ਆਪਣੇ ਘਰ ਤੇ ਵੀ ਮਿਹਨਤ ਕਰ ਲੈਂਦਾ। ਆਖੋ ਵਾਹਿਗੁਰੂ। ਰੱਬ ਦਾ ਨਿਜ਼ਮ ਲਿਖਾ ਲੈਂਦਾ ਹੈ। ਫਿਰ ਸਮਝ ਲੱਗੀ, ਪਈ ਐੜੈ ਫਿਰ ਚੇਤੇ ਨਾਹੀਂ। ਪਈ ਐੜੈ ਪੇਕੇ ਘਰ, ਪਿਤਾ ਦਾ ਘਰ। ਇਹ ਸਾਰਾ ਸੰਸਾਰ ਜਿਹਦੇ 'ਚ ਜੀਵਨ ਜਿਉ ਰਹੇ ਹੈ, ਵਾਹਿਗੁਰੂ ਪਿਤਾ ਜੀ ਦਾ ਘਰ ਹੈ। ਜੀਵਨ ਜਿਉਂਦਿਆਂ ਰੱਬ ਦਾ ਚੇਤਾ ਨਾ ਆਇਆ। ਦੂਜੈ ਮੁੱਠੀ ਹੀ ਰੋਵੈ ਤਾਹੀਂ। ਦੂਜੇ ਪਾਸੇ ਮਸਤ ਸੀ। ਪੈਸੇ ਦੀ ਪ੍ਰਾਪਤੀ ਨੂੰ, ਪ੍ਰਾਪਰਟੀ ਦੀ ਪ੍ਰਾਪਤੀ ਨੂੰ ਬਹੁਤ ਕੁਝ ਮੰਨੀ ਬੈਠਾ ਸੀ। ਜਦੋਂ ਜ਼ਿੰਦਗੀ ਦੇ ਵਿੱਚ ਉਹਦੇ ਸਾਈਡ ਇਫੈਕਟ ਭੁਗਤੇ, ਫਿਰ ਪਤਾ ਲੱਗਿਆ, ਤਾਹਾਂ ਮਾਰਦਾ, ਪਛਤਾਉਂਦਾ। ਕੀ ਖਟਿਆ? ਪ੍ਰਾਪਰਟੀ ਤਾਂ ਬਹੁਤ ਬਣਾ ਲਈ, ਘਰ ਵਿੱਚੋਂ ਸਿੱਖੀ ਗਵਾ ਲਈ। ਆਖੋ ਵਾਹਿਗੁਰੂ। ਅਸਲੀ ਪ੍ਰਾਪਰਟੀ ਤਾਂ ਸਿੱਖੀ ਸੀ, ਕਿਉਂਕਿ ਗੁਰੂ ਦੇ ਗੁਰਸਿੱਖ ਸੀ ਅਸੀਂ। ਪ੍ਰਾਪਰਟੀ ਪੈਸਾ ਤਾਂ ਬਣਾ ਲਿਆ, ਘਰ ਵਿੱਚੋਂ ਗੁਰਬਾਣੀ ਗਵਾ ਲਈ, ਗੁਰਮਤਿ ਗਵਾ ਲਈ। ਖਟਿਆ ਕੀ? ਆਖੋ ਵਾਹਿਗੁਰੂ। ਕੋਈ ਪਦਵੀ ਨੂੰ ਇਤਨੀ ਤਰਜੀਹ ਦੇ ਬੈਠਾ, ਪਦਵੀ ਲੈਣ ਦੇ ਲਈ ਦੂਜਿਆਂ ਨੂੰ ਖੁਸ਼ ਕਰਦਿਆਂ ਗੁਰਸਿੱਖੀ ਗਵਾ ਗਿਆ। ਆਪਣੇ ਜੀਵਨ 'ਚੋਂ, ਆਪਣੇ ਬੱਚਿਆਂ 'ਚੋਂ,
ਆਪਣੇ ਘਰ ਵਿੱਚੋਂ ਗੁਰਮਤਿ ਨਹੀਂ, ਫਿਰ ਗੁਰਬਾਣੀ ਨਹੀਂ ਘਰ ਵਿੱਚ। ਇੱਕ ਦਿਨ ਪਛਤਾਵਾ ਪੱਲੇ ਪੈਂਦਾ, ਫਿਰ ਰੋਂਦਾ ਆਖੋ ਵਾਹਿਗੁਰੂ। ਕਿਉਂ ਹੋ ਗਿਆ? ਕਿਉਂਕਿ ਜਿਹੜੀ ਇਹਦੀ ਮੱਤ ਸੀ ਨਾ, ਜੋ ਇਹਦੀ ਸੋਚ ਸੀ, ਜੋ ਇਹਦਾ ਨਜ਼ਰੀਆ ਸੀ, ਉਹ ਇਦਾਂ ਸੀ ਜਿਵੇਂ ਖਰੀ ਕੁਆਲਿਓ ਕੁਰੂਪ ਕੁਲੱਖਣੀ, ਸੁਪਨੇ ਫਿਰ ਨਹੀਂ ਪਾਵਣਿਆ। ਖਰੀ ਕੁਆਲਿਓ, ਬਹੁਤ ਭੈੜੇ ਘਰ ਵਾਲੀ ਔਰਤ, ਕੁਰੂਪ ਕੁਲੱਖਣੀ, ਜਿਹਦਾ ਰੂਪ ਵੀ ਬਹੁਤ ਭੈੜਾ ਹੈ ਤੇ ਉਹਦੇ ਲੱਛਣ ਵੀ ਬੜੇ ਮਾੜੇ ਨੇ। ਮਾੜੇ ਜੀਵਨ ਕਰਕੇ ਸੁਪਨੇ ਫਿਰ ਨਹੀਂ ਪਾਵਣਿਆ। ਇਹ ਇੱਕ ਕਹਾਵਤ ਵਰਤੀ ਜਾਂਦੀ ਹੈ ਕਿ ਉਹਦੇ ਤੇ ਪਤੀ ਮਿਲਾਪ ਕਦੀ ਸੁਪਨੇ ਵਿੱਚ ਵੀ ਨਹੀਂ, ਭਾਵ ਕਦੀ ਹੋ ਹੀ ਨਹੀਂ ਸਕਦਾ। ਐਸੀ ਮੱਤ ਪਤੀ ਪਰਮਾਤਮਾ ਦੇ ਪਿਆਰ ਤੋਂ ਵਾਂਝੀ ਹੋਈ, ਜਿਹਦੇ ਅੰਦਰ ਗੁਰਬਾਣੀ, ਗੁਰਸਿੱਖੀ, ਗੁਰਮਤਿ ਦਾ ਪਿਆਰ ਹੀ ਕੋਈ ਨਹੀਂ, ਗੁਰੂ ਦੇ ਉਪਦੇਸ਼ ਮੰਨਣ ਦੀ ਭਾਵਨਾ ਹੀ ਕੋਈ ਨਹੀਂ। ਇਤਨੀ ਭੈੜੀ ਮੱਤ, ਇਤਨੀ ਕੁਲੱਖਣੀ ਮੱਤ, ਭੈੜੇ ਲੱਛਣਾਂ ਵਾਲੀ। ਪਈੜੈ ਫਿਰ ਮਨ ਵਸਾਇਆ, ਜਿਸ ਨੇ ਰੱਬੀ ਉਪਦੇਸ਼ ਨੂੰ ਮੰਨਿਆ, ਇਸ ਸੰਸਾਰ ਨੂੰ ਪਿਤਾ ਦਾ ਘਰ ਸਮਝਿਆ, ਪੇਕੇ ਘਰ ਹੈ, ਤੇ ਫਿਰ ਪਤੀ ਵਾਹਿਗੁਰੂ ਜੀ ਹੈ, ਤੇ ਵਾਹਿਗੁਰੂ ਜੀ ਦੇ ਉਪਦੇਸ਼ ਜਿਹੜੇ ਨੇ ਉਹਨਾਂ ਨੂੰ ਮੰਨਿਆ, ਮਨ 'ਚ ਵਸਾਇਆ, ਪ੍ਰੈਕਟੀਕਲ ਜ਼ਿੰਦਗੀ 'ਚ ਜਿਉਣ ਦੀ ਭਾਵਨਾ ਪੈਦਾ ਕੀਤੀ ਔਰ ਪ੍ਰੈਕਟੀਕਲ ਜਿਉਇਆ। ਉਹਨਾਂ ਤੇ ਐਸੀ ਬਖਸ਼ਿਸ਼ ਹੋਈ, ਪੂਰਾ ਗੁਰ ਹਦੂਰ ਦਿਖਾਇਆ। ਇਸ ਗੁਰ ਸਰੂਪ ਨੇ, ਮੇਰੇ ਗੁਰੂ ਪਾਤਸ਼ਾਹ ਨੇ ਵਾਹਿਗੁਰੂ ਜੀ ਹਾਜ਼ਰ ਨਾਜ਼ਰ ਮਹਿਸੂਸ ਕਰਵਾ ਦਿੱਤੇ। ਰੱਬ ਦਾ ਸੱਚਾ ਗਿਆਨ ਹਰ ਵੇਲੇ ਹਾਜ਼ਰ ਨਾਜ਼ਰ ਮਹਿਸੂਸ ਕਰਵਾਇਆ। ਰੱਬ ਦਾ ਨਿਜ਼ਮ ਹਰ ਵੇਲੇ ਮਹਿਸੂਸ ਕਰਵਾ ਦਿੱਤਾ। ਹਰ ਥਾਂ ਤੇ ਵਰਤਾਰੇ ਵਰਤਦੇ ਨੇ, ਸਿੱਖਣ ਦੀ ਭਾਵਨਾ ਦੇ ਦਿੱਤੀ। ਆਪਣਾ ਨਾਮ ਮਨ ਵਸਾਏ, ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਅੰਦਰ ਵਸ ਗਿਆ। ਜਿਉਣਾ ਗਿਆਨ ਰੂਪੀ ਨਾਮ ਅਨੁਸਾਰ, ਸੋਚ ਸੁਭਾਅ ਨੂੰ ਸ਼ਿੰਗਾਰਨਾ, ਗੁਰੂ ਦੇ ਉਪਦੇਸ਼ ਗਿਆਨ ਰੂਪੀ ਨਾਮ ਹੈ, ਉਸ ਅਨੁਸਾਰ ਜਿਉਣਾ ਸ਼ੁਕਰਾਨੇ ਵਿੱਚ, ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ, ਤੇ ਰੱਬ ਦੇ ਭੈ ਵਿੱਚ। ਇਹ ਵਾਹਿਗੁਰੂ ਜੀ ਦੀ ਬਖਸ਼ਿਸ਼ ਮਿਲਦੀ ਗਿਆਨ ਰੂਪੀ ਨਾਮ ਦੇ ਵਿੱਚੋਂ, ਗੁਰੂ ਦੇ ਉਪਦੇਸ਼ਾਂ ਵਿੱਚੋਂ। ਨਾਨਕ ਨਾਮ ਮਿਲੈ ਵਡਿਆਈ, ਆਨੰਦਿਨ ਸਦਾ ਗੁਣ ਗਾਵਣਿਆ। ਗਿਆਨ ਰੂਪੀ ਨਾਮ ਨਾਲ ਪਿਆਰ ਬਣ ਜਾਣਾ, ਉਪਦੇਸ਼ ਮੰਨਣ ਦੀ ਭਾਵਨਾ ਬਣ ਜਾਣੀ ਹੀ ਬਖਸ਼ਿਸ਼ ਹੈ। ਫਿਰ ਗਿਆਨ ਰੂਪੀ ਨਾਮ ਦੇ ਝਰੋਖੇ ਵਿੱਚੋਂ ਦੀ ਗੁਰੂ ਸਾਹਿਬ ਦੇ ਨਜ਼ਰੀਏ ਰਾਹੀਂ ਸੋਚ ਸੁਭਾਅ ਨੂੰ ਬਦਲਣਾ, ਅੰਦਰ ਗੁਰਮੁਖ ਸੁਭਾਅ ਤੇ ਗੁਰਮਤਿ ਵਾਲੀ ਸੋਚ ਪੈਦਾ ਕਰਨ ਲਈ ਯਤਨ ਕਰਨਾ, ਖੁਦ ਆਪਣੇ ਆਪ ਵਿੱਚ ਬਖਸ਼ਿਸ਼ ਹੀ ਹੈ। ਆਖੋ ਵਡਿਆਈ ਦੇ ਅਰਥ ਬਖਸ਼ਿਸ਼। ਦਿਨ ਰਾਤ ਉਹਦੇ ਗੁਣ ਗਾਉਣ ਦੀ ਜੁਗਤ ਆ ਗਈ। ਗੁਣਾਂ ਵਾਲਾ ਜੀਵਨ ਜਿਉਣਾ, ਸ਼ੁਕਰਾਨਾ ਕਰਨਾ, ਗੁਣ ਮੇਰੇ ਨਹੀਂ, ਵਾਹਿਗੁਰੂ ਦੇ ਦਿੱਤੇ ਹੋਏ। ਗੁਣਾਂ ਰਾਹੀਂ ਪਰਉਪਕਾਰ ਕਰਨਾ, ਔਰ ਪਰਉਪਕਾਰ ਦੀ ਬਿਰਤੀ ਤੇ ਉਦਮ ਯਤਨ ਮੇਰੇ ਨਹੀਂ, ਰੱਬ ਦੀ ਰਹਿਮਤ ਹੈ। ਫਿਰ ਰੱਬ ਦੇ ਨਿਯਮਾਂ ਦੀ, ਗੁਰੂ ਦੇ ਉਪਦੇਸ਼ਾਂ ਦੀ, ਰੱਬੀ ਮਾਰਗ ਦੀ, ਗੁਰੂ ਦੇ ਮਾਰਗ ਦੀ, ਗੁਰੂ ਦੇ ਵਿਰਸੇ ਦੀ ਡਿਸਕਸ਼ਨ ਕਰਨੀ, ਵਿਚਾਰਾਂ ਕਰਨੀਆਂ, ਇਹ ਵੀ ਗੁਣ ਗਾਉਣੇ ਨੇ। ਇਹ ਆਪਣੇ ਆਪ ਵਿੱਚ ਬਖਸ਼ਿਸ਼ ਹੈ। ਆਖੋ ਵਾਹਿਗੁਰੂ। ਮਾਝ ਮਹੱਲਾ ਤੀਜਾ, ਅੱਗੋਂ ਮਾਝ ਰਾਗ ਦਾ 30ਵਾਂ ਸ਼ਬਦ। ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦਾ 29ਵਾਂ ਸ਼ਬਦ ਸ਼ੁਰੂ ਹੋ ਰਿਹਾ ਹੈ। 8 ਪਦਿਆਂ ਦਾ, ਆਮ ਤੌਰ ਤੇ ਪਿਛਲੇ ਸ਼ਬਦ 8-8 ਪਦਿਆਂ ਦੇ ਸਨ, ਅਸ਼ਟਪਦੀ ਦੇ ਰੂਪ ਵਿੱਚ, ਪਰ ਇਹ ਜਿਹੜਾ ਸ਼ਬਦ ਸ਼ੁਰੂ ਹੋ ਰਿਹਾ ਇਹ 9 ਪਦਿਆਂ ਦਾ। ਅਖੀਰ ਤੇ ਆਪ ਜੀ ਦੇਖੋਗੇ, ਬਿਲਕੁਲ ਲਾਸਟ ਐਂਡ ਤੇ ਦੇਖੋ, 9, 29, 30, 9 ਪਦਿਆਂ ਦਾ। ਇੱਥੇ ਇਹ ਗੱਲ ਨੋਟ ਕਰਨੀ,
ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਿਹੜੀਆਂ ਅਸ਼ਟਪਦੀਆਂ ਨੇ ਉਹ ਕਈ ਵਾਰੀ ਜ਼ਿਆਦਾ ਪਦਿਆਂ ਦੀਆਂ ਵੀ ਹੈ। ਇਹ 9 ਪਦਿਆਂ ਦੀ ਹੈ। ਉੱਤਮ ਜਨਮ ਸਥਾਨ ਹੈ ਵਾਸਾ। ਸਮਝ ਲੱਗੀ? ਸਭ ਤੋਂ ਉੱਤਮ ਥਾਨ ਕਿਹੜਾ ਹੈ? ਇੱਥੇ ਇੱਕ ਨੁਕਤਾ ਯਾਦ ਰੱਖਿਓ। ਥਾਂ ਦੇ ਅਰਥ ਕੋਈ ਮਿੱਟੀ, ਕੋਈ ਚਾਰ ਦੀਵਾਰੀ, ਕੋਈ ਬਿਲਡਿੰਗ ਨਹੀਂ ਹੁੰਦੀ। ਸਥਾਨ ਹੁੰਦਾ ਹੈ, ਸੋਹਣਾ ਥਾਂ ਉਹ ਹੁੰਦਾ ਹੈ ਜਿੱਥੋਂ ਦਾ ਮਾਹੌਲ ਤੁਹਾਨੂੰ ਸੱਚ ਦੀ ਸੰਗਤ ਕਰਵਾਉਂਦਾ ਹੋਵੇ। ਆਖੋ ਵਾਹਿਗੁਰੂ। ਉਦਾਹਰਨਾਂ, ਜਿਹੜੇ ਜਿਹੜੇ ਅਸਥਾਨ ਗੁਰੂ ਦੇ ਚਰਨ ਛੋਹ ਅਸਥਾਨ ਨੇ, ਜਿਹਨੂੰ ਆਪਾਂ ਗੁਰ ਇਤਿਹਾਸਕ ਅਸਥਾਨ ਕਹਿੰਦੇ ਹਾਂ, ਉਸ ਇਤਿਹਾਸਕ ਸਥਾਨ ਤੇ ਅਸੀਂ ਜਾਂਦੇ ਹਾਂ। ਮੂਹਰੇ ਦਰਸ਼ਨੀ ਡਿਉੜੀ ਹੁੰਦੀ ਹੈ, ਡਿਉੜੀ ਵਿੱਚੋਂ ਦੀ ਲੰਘਦੇ ਹਾਂ, ਫਿਰ ਚਰਨ ਕੁੰਡ ਹੁੰਦਾ ਹੈ, ਪੈਰ ਧੋਂਦੇ ਹਾਂ, ਫਿਰ ਸਰੋਵਰ ਹੁੰਦਾ ਹੈ, ਇਸ਼ਨਾਨ ਕਰਦੇ ਹਾਂ, ਅੰਦਰ ਜਾਂਦੇ ਹਾਂ, ਗੁਰਬਾਣੀ ਦੇ ਪ੍ਰਵਾਹ ਚੱਲਦਾ ਹੈ। ਤਾਂ ਉਹ ਸਾਰਾ ਸਥਾਨ ਉੱਥੇ ਪਹੁੰਚਦੇ ਹੀ ਸੱਚ ਦੀ ਸੰਗਤ ਅੰਦਰੋਂ ਭਾਵਨਾ ਪੈਦਾ ਹੁੰਦੀ ਹੈ। ਐਕਚੁਅਲੀ ਸੱਚ ਦੀ ਸੰਗਤ ਦੀ ਮਾਹੌਲ ਪੈਦਾ ਕਰਨ ਵਾਲਾ ਥਾਂ ਉੱਤਮ ਹੈ। ਇਹਨੇ ਜਨਮ ਸੰਵਾਰਨਾ ਹੈ, ਇਹਨੇ ਜਨਮ ਨੂੰ ਉੱਤਮ ਬਣਾਉਣਾ ਹੈ, ਜੀਵਨ ਨੂੰ ਉੱਤਮ ਬਣਾਉਣਾ ਹੈ, ਗੁਰਮੁਖ ਸੁਭਾਅ ਦੇਣਾ ਹੈ। ਨੰਬਰ 1, ਜਿਤਨੇ ਗੁਰ ਇਤਿਹਾਸਕ ਅਸਥਾਨ ਨੇ ਉੱਥੇ ਪਹੁੰਚਦੇ ਹੀ ਮਨ ਸੱਚ ਦੀ ਸੰਗਤ, ਸੱਚ ਦੇ ਰਸ ਵਿੱਚ ਜਾਂਦਾ ਹੈ। ਦੂਸਰਾ, ਜਿਤਨੇ ਵੀ ਗੁਰਦੁਆਰਾ ਸਾਹਿਬਾਨ ਨੇ, ਨਿਸ਼ਾਨ ਸਾਹਿਬ ਦੇਖਦਿਆਂ ਹੀ, ਦੂਰੋਂ ਨਿਸ਼ਾਨ ਸਾਹਿਬ ਦੇਖਦਿਆਂ ਹੀ ਮਨ ਸੱਚ ਦੀ ਸੰਗਤ ਦੇ ਰਸ ਵੱਲ ਨੂੰ ਜਾਣਾ ਸ਼ੁਰੂ ਹੋ ਜਾਂਦਾ। ਅਗਰ ਗੁਰਬਾਣੀ ਅਨੁਸਾਰ ਇਹਨੂੰ ਆਪਣੀਆਂ ਭਾਵਨਾਵਾਂ, ਜਜ਼ਬੇ, ਵਿਚਾਰਧਾਰਾ, ਫੀਲਿੰਗਸ, ਸੈਂਟੀਮੈਂਟਸ ਨੂੰ ਮੈਨੇਜ ਕਰਨਾ ਹੁੰਦਾ ਤਾਂ ਫਿਰ ਜਿੰਨੇ ਗੁਰਦੁਆਰਾ ਸਾਹਿਬਾਨ ਨੇ ਉਹਦਾ ਮਾਹੌਲ ਹੀ ਇਸ ਤਰ੍ਹਾਂ ਦਾ ਹੈ, ਉੱਥੇ ਮਨ ਸੱਚ ਦੀ ਸੰਗਤ ਕਰ ਸਕਦਾ ਹੈ ਗੁਰੂ ਤੋਂ ਸਿੱਖ ਕੇ। ਨੰਬਰ 3, ਜਿੱਥੇ ਦੋ ਗੁਰਸਿੱਖ ਪਿਆਰੇ ਆਪਸ ਵਿੱਚ ਗੁਰੂ ਦੀਆਂ ਵਿਚਾਰਾਂ ਕਰ ਰਹੇ ਨੇ, ਉਹ ਸਥਾਨ ਵੀ ਉੱਤਮ ਹੈ। ਆਖੋ ਵਾਹਿਗੁਰੂ। ਅੱਜ ਦਾ ਮਾਡਰਨ ਯੁੱਗ ਹੈ, ਮਾਡਰਨ ਟੈਕਨੋਲੋਜੀ ਦੇ ਯੁੱਗ ਵਿੱਚ ਮੈਂ ਰੋਜ਼ਾਨਾ ਤੁਹਾਡੇ ਤੱਕ, ਤੁਹਾਡੇ ਘਰ ਪਹੁੰਚਦਾ ਹਾਂ ਇਸ ਵੀਡੀਓ ਰਾਹੀਂ। ਗੁਰੂ ਬਖਸ਼ਿਸ਼ ਦਾ ਖਜ਼ਾਨਾ, ਗੁਰਬਾਣੀ ਦਾ ਅਨਮੋਲ ਖਜ਼ਾਨਾ, ਜਿਤਨੀ ਕਿ ਤੁੱਛ ਬੁੱਧੀ ਅਨੁਸਾਰ ਸਮਝ ਹੈ, ਵੰਡਣ ਵਾਸਤੇ ਤੁਹਾਡੇ ਘਰ ਪਹੁੰਚਦਾ ਹਾਂ। ਤੁਸੀਂ ਬੜੇ ਪਿਆਰ, ਸਤਿਕਾਰ, ਅਦਬ ਦੇ ਵਿੱਚ ਇਹ ਵੀਡੀਓ ਫੋਲੋ ਕਰਦੇ ਹੋ। ਤੁਹਾਡੇ ਬੱਚੇ ਨਾਲ ਬੈਠਦੇ ਨੇ, ਤੁਸੀਂ ਉਡੀਕਦੇ ਹੋ। ਤਾਂ ਜਿਸ ਵੇਲੇ ਇਹ ਮਾਹੌਲ ਬਣਿਆ ਹੋਇਆ ਹੈ, ਉਸ ਵੇਲੇ ਇਹ ਅਸਥਾਨ ਵੀ ਉੱਤਮ ਹੈ, ਕਿਉਂਕਿ ਇੱਥੇ ਜੀਵਨ ਜੁਗਤ ਸੋਚ ਤੇ ਸੁਭਾਅ ਨੂੰ ਸੰਵਾਰਨਾ ਸਿੱਖਿਆ ਜਾ ਰਿਹਾ। ਆਖੋ ਵਾਹਿਗੁਰੂ। ਇੱਥੋਂ ਸਿੱਖਣਾ ਹੈ। ਫਿਰ ਜਦੋਂ ਸੋਚ ਤੇ ਸੁਭਾਅ ਦਾ ਲੈਵਲ ਜਪਜੀ ਸਾਹਿਬ ਦੀਆਂ ਸਿੱਖਿਆਵਾਂ ਅਨੁਸਾਰ ਸੁਭਾਅ ਦਾ ਲੈਵਲ ਉੱਚਾ ਹੋਏਗਾ, ਸੋਚ ਦਾ ਲੈਵਲ ਉੱਚਾ ਹੋਏਗਾ, ਇਹਨੂੰ ਧਰਮਖੰਡ ਦੇ ਲੈਵਲ ਵਿੱਚ ਇਹਦਾ ਸੋਚ ਤੇ ਸੁਭਾਅ ਪਹੁੰਚੇਗਾ, ਫਿਰ ਇਹ ਸਾਰੀ ਧਰਤੀ ਹੀ ਧਰਮਸ਼ਾਲਾ ਲੱਗੇਗੀ, ਸਾਰੀ ਧਰਤੀ ਹੀ ਸਾਨੂੰ ਉਹ ਸਥਾਨ ਲੱਗੇਗਾ ਜਿਹੜਾ ਸੱਚ ਦੀ ਸੰਗਤ ਕਰਵਾ ਰਿਹਾ। ਜਿਹਨੂੰ ਆਨੰਦ ਸਾਹਿਬ ਵਿੱਚ ਲਿਖਿਆ ਹੈ, ਇਹ ਵਿਸ਼ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ। ਇਹਦਾ ਮਤਲਬ ਮਨ ਨੂੰ ਮਿਲਿਆ ਹੋਇਆ ਉਹ ਮਾਹੌਲ ਜਿਸ ਵਿੱਚ ਇਹਨੂੰ ਰੱਬ ਚੇਤੇ ਹੈ, ਰੱਬੀ ਨਿਜ਼ਮ ਨੂੰ ਫੋਲੋ ਕਰਨ ਦੀ ਭਾਵਨਾ ਹੈ, ਸੋਚ ਨੂੰ ਗੁਰਮਤ ਵਾਲੀ ਸੋਚ ਤੇ ਸੁਭਾਅ ਨੂੰ ਗੁਰਮੁਖਤਾਈ ਵਾਲਾ ਸੁਭਾਅ ਬਣਾਉਣ ਦੀਆਂ ਇਹਨੂੰ ਲਹਿਰਾਂ ਉੱਠਦੀਆਂ ਨੇ, ਸਿੱਖਿਆਵਾਂ ਮਿਲਦੀਆਂ ਨੇ। ਉਹ ਹਰ ਮਾਹੌਲ ਉੱਤਮ ਸਥਾਨ ਹੈ ਤੇ ਗੁਰਬਾਣੀ ਤੋਂ ਸਿੱਖਣਾ ਹੈ ਕਿ ਹਰ ਸੰਸਾਰ ਦਾ ਹਰ ਕੋਣਾ ਉੱਤਮ ਸਥਾਨ ਹੈ ਜੇ ਤੇਰੇ ਅੰਦਰ ਨਜ਼ਰੀਆ ਗੁਰਮਤ ਵਾਲਾ ਬਣਦਾ ਹੈ। ਉਹਦੇ ਲਈ ਸਾਡਾ ਜੋ ਉਦਮ ਹੈ, ਜੋ ਯਤਨ ਹੈ, ਉਹ ਹੈ ਸਤਿਗੁਰ ਸੇਵਹਿ ਘਰ ਮਾਹੇ ਉਦਾਸਾ। ਗੁਰੂ ਦੀ ਆਵਾਜ਼, ਗੁਰੂ ਸਾਹਿਬ ਕਹਿ ਕੀ ਰਹੇ ਨੇ ਮੈਨੂੰ, ਉਹ ਸਤਿਗੁਰ ਸਰੂਪ ਹੈ, ਉਹ ਰੱਬੀ ਗਿਆਨ ਹੈ, ਸੱਚਾ ਗਿਆਨ ਹੈ। ਉਹਨੂੰ ਮੰਨਣਾ ਹੀ ਸੇਵਾ ਹੈ।
ਤੇ ਆਪਣੇ ਅੰਦਰੋਂ ਹੀ ਦੁਨਿਆਵੀ ਕੁਸੰਗੀ ਪ੍ਰਵਿਰਤੀਆਂ, ਪਸ਼ੂ ਪ੍ਰਵਿਰਤੀਆਂ ਤੋਂ ਉਦਾਸ ਉਪਰਾਮ ਹੋਣਾ ਕਿ ਮੈਂ ਉਸ ਰਸ ਵਾਲੇ ਪਾਸੇ ਨਹੀਂ ਜਾਣਾ। ਇਹ ਸਿਖਾਉਣਾ ਹੈ ਗੁਰੂ ਦੀ ਆਵਾਜ਼, ਸਤਿਗੁਰ ਸਰੂਪ ਨੇ, ਸੱਚੇ ਗਿਆਨ ਨੇ। ਫਿਰ ਐਸਾ ਜੀਵਨ ਜਿਉਣਾ ਆ ਜਾਏਗਾ। ਹਰ ਰੰਗ ਰਹਿ ਸਦਾ ਰੰਗ ਰਾਤੇ, ਹਰ ਰਸ ਮਨ ਪ੍ਰਤ੍ਰਿਪਤਾ ਬਣਿਆ। ਫਿਰ ਵਾਹਿਗੁਰੂ ਜੀ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ, ਸਦਾ ਹੀ ਇਸ ਪਿਆਰ ਦਾ ਰਸ ਮਾਣਦੇ ਨੇ, ਭੈ ਭਾਵਨੀ ਦਾ ਰਸ ਮਾਣਦੇ ਨੇ। ਇਸ ਰਸ ਦੇ ਵਿੱਚ ਮਨ ਜਿਹੜਾ ਨਾ ਤ੍ਰਿਪਤ ਤੋਂ ਭਾਵ ਹੈ ਸਬਰ ਸੰਤੋਖ ਵਿੱਚ ਜਿਉਣਾ ਸਿੱਖ ਜਾਂਦਾ ਹੈ। ਜਿਨ੍ਹਾਂ ਨੂੰ ਇਹ ਜੀਵਨ ਜੁਗਤ ਪ੍ਰਾਪਤ ਹੋਈ, ਸਤਿਗੁਰੂ ਜੀ ਕਹਿੰਦੇ ਮੈਂ ਕੁਰਬਾਨ ਜਾਨਾ ਉਹਨਾਂ। ਹਉ ਵਾਰੀ ਜੀਉ ਵਾਰੀ, ਪੜ ਬੁੱਝ ਮਨ ਵਸਾਵਣਿਆ। ਮੈਂ ਕੁਰਬਾਨ ਜਾਨਾ ਉਹਨਾਂ ਤੋਂ। ਉਹ ਪੜ੍ਹਦੇ ਨੇ ਧਾਰਮਿਕ ਉਪਦੇਸ਼ਾਂ ਨੂੰ, ਧਾਰਮਿਕ ਗ੍ਰੰਥਾਂ ਨੂੰ, ਨਾਲ ਬੁੱਝਦੇ ਨੇ ਤੇ ਮੰਨਦੇ ਨੇ, ਉਹਨਾਂ ਦੇ ਮਨ ਵਿੱਚ ਵਸ ਜਾਂਦਾ ਆਖੋ। ਆਹ ਚੀਜ਼ ਸਾਨੂੰ ਸਭ ਨੂੰ ਸਿੱਖਣੀ ਪਵੇਗੀ। ਪੜ੍ਹਨਾ, ਬੁੱਝਣਾ, ਸਮਝਣਾ ਗੁਰੂ ਸਾਹਿਬ ਕੀ ਕਹਿ ਰਹੇ। ਜਿੰਨਾ ਪ੍ਰਚਾਰ ਕਰਮ ਕਾਂਡ ਵਾਸਤੇ, ਪਾਖੰਡ ਵਾਸਤੇ ਕੀਤਾ ਜਾਂਦਾ ਹੈ, ਉਹਦੇ 'ਚ ਮਨੁੱਖ ਨੂੰ ਬੁੱਝਣ, ਪੜ੍ਹਨ ਵਾਲੇ ਪਾਸੇ ਨਹੀਂ ਪ੍ਰੇਰਿਆ ਜਾਂਦਾ। ਆਰਤੀ ਕਰ ਲਈ, ਪੁਰਾਤਨ ਸਮਿਆਂ 'ਚ ਜੋਤ ਜਗਾਉਂਦੇ ਸੀ, ਦੇਖੀ ਕਿਤੇ ਜੋਤ ਨਾ ਬੁੱਝ ਜਾਵੇ। ਉਹ ਸਾਰੀ એનર્ਜੀ ਲਾ ਦਿੰਦੇ ਸੀ ਕਿ ਜੋਤ ਨਾ ਬੁੱਝ ਜਾਵੇ। ਗੁਰੂ ਸਾਹਿਬ ਕੀ ਕਹਿ ਰਹੇ ਨੇ ਉਹਨਾਂ ਨੂੰ ਕੁਝ ਨਹੀਂ ਪਤਾ। ਫਿਰ ਉਹ ਧੂਫ ਦਿਖਾਉਂਦੇ ਸੀ, ਦੇਖਿਓ ਕਿਤੇ ਧੂਫ ਧੁਖਦੀ ਹੋਈ ਬੰਦ ਨਾ ਹੋ ਜਾਵੇ, ਦੇਖਿਓ ਕਿਤੇ ਕੁੰਭ ਦਾ ਪਾਣੀ ਨਾ ਮੁੱਕ ਜਾਵੇ। ਸਾਰੀ એનર્ਜੀ ਉਸ ਤੇ ਲਾ ਦਿੰਦੇ ਸੀ। ਗੁਰੂ ਸਾਹਿਬ ਕੀ ਕਹਿ ਰਹੇ ਨੇ ਉਹਦਾ ਕੁਝ ਨਹੀਂ ਪਤਾ। ਫਿਰ ਕਰਮ ਕਾਂਡ ਦਾ ਇੱਕ ਹਿੱਸਾ ਹੈ ਕਿ ਉਹ ਮੰਗਾਂ ਮੰਗਣ ਵਾਸਤੇ ਜਾ ਰਿਹਾ, ਉਹਨੂੰ ਬਸ ਸਿਰਫ ਇੱਥੋਂ ਤੱਕ ਹੈ ਕਿ ਅੱਜ ਮੈਂ ਆਪਣੀ ਮੰਗ ਪੂਰੀ ਕਰਾਉਣ ਵਾਸਤੇ ਸੁਖਮਨੀ ਸਾਹਿਬ ਦਾ ਪਾਠ ਕਰਵਾਇਆ, ਜਾਂ ਮੈਂ ਅੱਜ ਸ਼੍ਰੀ ਅਖੰਡ ਪਾਠ ਸਾਹਿਬ ਕਰਾਇਆ, ਜਾਂ ਮੈਂ ਸਹਿਜ ਪਾਠ ਕਰਵਾਇਆ, ਕਦੋਂ ਅਰਦਾਸ ਹੋਵੇਗੀ, ਮੈਂ ਵਿੱਚ ਖੜਾਂਗਾ, ਜਾ ਕੇ ਮੰਗਾਂਗਾ। ਜਦੋਂ ਸ਼੍ਰੀ ਅਖੰਡ ਪਾਠ ਸਾਹਿਬ ਸ਼ੁਰੂ ਹੁੰਦਾ ਹੈ, ਬਸ ਜਪਜੀ ਸਾਹਿਬ ਹੋਇਆ ਨਹੀਂ ਤੇ ਬਾਹਰ ਭੱਜੇ ਨਹੀਂ ਆਖੋ ਵਾਹਿਗੁਰੂ। ਬਸ ਫੇਰ ਨਹੀਂ ਕੱਲ ਤੱਕ ਪੁੱਛਣਾ ਕਿਸੇ ਨੇ ਕਿ ਗੁਰੂ ਸਾਹਿਬ ਕਹਿ ਕੀ ਰਹੇ ਨੇ। ਦੂਜੇ ਦਿਨ ਮੱਧ ਦੀ ਅਰਦਾਸ ਹੋਣੀ ਹੈ, ਫਿਰ ਆਉਣਾ ਹੈ, ਕਿਉਂਕਿ ਮੰਗਣਾ ਹੈ ਹੁਣ ਸਾਡੇ ਲਈ। ਮੱਧ ਦੀ ਅਰਦਾਸ ਹੋਣੀ ਹੈ, ਹੁਕਮਨਾਮਾ ਹੋਣਾ ਹੈ, ਕੜਾਹ ਪ੍ਰਸ਼ਾਦ ਵਰਤਣਾ, 15-20 ਮਿੰਟਾਂ 'ਚ ਦਰਬਾਰ ਖਾਲੀ। ਫਿਰ ਆਉਣਾ ਜਦੋਂ 9ਵੇਂ ਪਾਤਸ਼ਾਹ ਦੇ ਸ਼ਲੋਕ ਸ਼ੁਰੂ ਹੋਣੇ ਨੇ, ਕਿਉਂਕਿ ਹੁਣ ਮੰਗਣਾ ਹੈ ਆਖੋ ਵਾਹਿਗੁਰੂ। ਵਿਜ਼ਨ ਪੜ੍ਹਨਾ ਬੁੱਝਣਾ ਨਹੀਂ ਹੈ ਆਖੋ ਵਾਹਿਗੁਰੂ। ਵਿਜ਼ਨ ਬੁੱਝਣਾ ਤੇ ਮੰਨਣਾ ਨਹੀਂ ਹੈ। ਵਿਜ਼ਨ ਮੰਗਾ ਹੈ, ਇੱਦਾਂ ਹੀ ਧਰਮ ਸਿਖਾ ਦਿੱਤਾ ਗਿਆ। ਸ਼ਾਇਦ ਇਹੀ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੋ ਕਮਾਲ ਦੇ ਮੋਤੀ ਪਏ ਨੇ, ਸਾਡੇ ਤੱਕ 5% ਵੀ ਨਹੀਂ ਪਹੁੰਚੇ ਆਖੋ ਵਾਹਿਗੁਰੂ। ਬਟ ਭਾਗੀ ਨੇ ਉਹ ਜਿਹੜੇ ਆਪ ਸਿੱਖਣ ਦਾ ਯਤਨ ਕਰਦੇ ਨੇ। ਅਰਥਾਂ ਸਮੇਤ ਸਹਿਜ ਪਾਠ ਇੱਕ ਨਿਮਾਣਾ ਜਿਹਾ ਯਤਨ ਹੈ। ਇੱਕ ਲਗਨ ਜਾਗੇਗੀ ਇਹਦੇ ਨਾਲ, ਤੁਹਾਨੂੰ ਹਲੂਣੇ ਮਿਲਣਗੇ, ਤੁਸੀਂ ਤੁਰੋਗੇ ਆਪ। ਸਤਿਗੁਰੂ ਜੀ ਕਹਿੰਦੇ ਮੈਂ ਕੁਰਬਾਨ ਜਾਨਾ ਉਹਨਾਂ ਤੋਂ। ਹਉ ਵਾਰੀ ਜੀਉ ਵਾਰੀ, ਪੜ ਬੁੱਝ ਮਨ ਵਸਾਵਣੇ। ਮਨ ਪੜ੍ਹਦੇ ਨੇ, ਸਮਝਦੇ ਨੇ, ਫਿਰ ਮੰਨਦੇ ਨੇ ਆਖੋ ਵਾਹਿਗੁਰੂ, ਤੇ ਮੰਨ ਕੇ ਉਸ ਨੂੰ ਵਸਾਉਂਦੇ ਨੇ ਹਿਰਦੇ 'ਚ, ਭਾਵ ਜ਼ਿੰਦਗੀ 'ਚ ਜਿਉਂਦੇ ਨੇ। 4 ਚੀਜ਼ਾਂ ਫਿਰ ਮੈਂ ਰਿਪੀਟ ਕਰ ਰਿਹਾ। ਪੜ੍ਹਨਾ, ਨੰਬਰ 2 ਬੁੱਝਣਾ, ਅੰਡਰਸਟੈਂਡਿੰਗ, ਨੰਬਰ 3 ਮੰਨਣਾ, ਨੰਬਰ 4 ਜ਼ਿੰਦਗੀ 'ਚ ਜਿਉਣਾ, ਉਸ ਨੂੰ ਵਸਾਉਣਾ। ਉਹ ਗੁਰੂ ਨੂੰ ਸਮਰਪਿਤ ਹੋ ਕੇ ਗੁਰਮੁਖ ਬਣਦੇ ਨੇ ਆਖੋ ਵਾਹਿਗੁਰੂ। ਗੁਰਮੁਖ ਪੜਾ ਹੈ, ਹਰ ਨਾਮ ਸਲਾਹ ਹੈ, ਦਰ ਸੱਚਾ ਸ਼ੋਭਾ ਪਾਵਣਿਆ ਰਹਾਓ। ਉਹ ਪੜ੍ਹਦੇ ਨੇ, ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ, ਧਾਰਮਿਕ ਗ੍ਰੰਥ ਨੂੰ ਪੜ੍ਹਦੇ ਨੇ, ਉਹਦੇ ਵਿੱਚੋਂ ਰੱਬੀ ਉਪਦੇਸ਼ ਗਿਆਨ ਰੂਪੀ ਨਾਮ ਨੂੰ ਸਮਝਦੇ ਨੇ, ਉਹਦੀ ਸਿਫਤ ਸਲਾਗਾ ਕਰਦੇ ਨੇ ਆਖੋ, ਉਹਦੇ ਤੋਂ ਕੁਰਬਾਨ ਜਾਂਦੇ ਨੇ। ਸੱਚੇ ਦੇ ਦਰ ਤੋਂ ਫਿਰ ਉਹਨਾਂ ਨੂੰ ਜੋ ਪ੍ਰਾਪਤ ਹੁੰਦਾ ਉਹ ਬਖਸ਼ਿਸ਼ ਹੈ, ਸ਼ੋਭਾ। ਇੱਥੇ ਸ਼ੋਭਾ ਜਦੋਂ ਆਪਾਂ ਵਡਿਆਈ ਅਰਥ ਕਰਦੇ ਨਾ, ਤੇ ਸਾਨੂੰ ਲੱਗਦਾ ਵਡਿਆਈ ਦੁਨਿਆਵੀ ਪੱਧਰ ਦੀ ਹੈ, ਜਿਹਨੂੰ ਪ੍ਰੇਜ਼ ਕਹਿ ਦਿੰਦੇ ਅਸੀਂ। ਨਹੀਂ, ਉਹ ਨਹੀਂ ਹੈ, ਇਹ ਬਖਸ਼ਿਸ਼ ਹੈ। ਇਹ ਰਹਾਉ ਸੈਂਟਰਲ ਆਈਡੀਆ ਹੈ ਸ਼ਬਦ ਦਾ। ਅਲਖ ਅਭਿਓ ਹਰ ਰਹਿਆ ਸਮਾਏ। ਫਿਰ ਸਮਝ ਆਉਂਦੀ, ਜੋ ਇਸ ਵਾਹਿਗੁਰੂ ਜੀ ਨੂੰ ਕਿਹਾ ਨਾ, ਉਹ ਅਲਖ ਹੈ, ਲਖਿਆ ਨਹੀਂ ਜਾ ਸਕਦਾ, ਜਾਣਿਆ ਨਹੀਂ ਜਾ ਸਕਦਾ। ਅਭਿਓ ਹੈ, ਜਿਹਦਾ ਭੇਦ ਨਹੀਂ ਪਾਇਆ ਜਾ ਸਕਦਾ।
ਫਿਰ ਉਸ ਨੂੰ ਹਾਜ਼ਰ ਨਾਜ਼ਰ ਸਮਝ ਕੇ ਉਹਦੇ ਵਿੱਚ ਸਮਾਏ ਰਹਿੰਦੇ ਨੇ, ਉਹਦੇ ਪਿਆਰ ਵਿੱਚ, ਭੈ ਵਿੱਚ ਜਿਉਂਦੇ ਨੇ। ਫਿਰ ਸਮਝ ਪੈਂਦੀ ਉਪਾਏ ਨਾ ਕੀਤੀ ਪਾਇਆ ਜਾਏ, ਨਾਲ ਇਹ ਵੀ ਮਹਿਸੂਸ ਕਰਨਾ ਹੈ, ਯਤਨਾਂ ਨਾਲ ਨਹੀਂ, ਬਖਸ਼ਿਸ਼ ਨਾਲ। ਅਸੀਂ ਯਤਨ ਕਰਨੇ ਨੇ ਗੁਰੂ ਦੇ ਉਪਦੇਸ਼ ਅਨੁਸਾਰ ਸੁਭਾਅ ਨੂੰ ਸੰਵਾਰਨ ਲਈ। ਭਾਵਨਾ ਬਣਾਉਣੀ ਹੈ, ਲਗਨ ਬਣਾਉਣੀ ਪਵੇਗੀ, ਉਦਮ ਕਰਦੇ ਰਹਿਣਾ ਪਵੇਗਾ, ਪਰ ਹੁੰਦਾ ਬਖਸ਼ਿਸ਼ ਨਾਲ ਆਖ ਹੋਏ। ਇਸ ਲਈ ਘਬਰਾਉਣਾ ਨਹੀਂ। ਅਸੀਂ ਯਤਨ ਕਰ ਰਹੇ ਹਾਂ, ਸੁਭਾਅ ਨਹੀਂ ਬਦਲ ਰਿਹਾ, ਸੋਚ ਨਹੀਂ ਬਦਲਦੀ, ਯਤਨ ਨਹੀਂ ਛੱਡਣੇ। ਇਸੇ ਨੂੰ ਸਹਿਜ ਕਹਿੰਦੇ ਨੇ, ਅਡੋਲਤਾ। ਯਤਨ ਨਹੀਂ ਛੱਡਣੇ, ਉਦਮ ਕਰ। ਹਾਲੇ ਤਾਂ ਬਹੁਤ ਪਿਆਰੇ ਐਸੇ ਆ ਜਿਨ੍ਹਾਂ ਕਦੀ ਇੱਕ ਵਾਰੀ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਇੱਕ ਓਅੰਕਾਰ ਤੋਂ ਲੈ ਕੇ ਅਖੀਰ ਤੱਕ ਹਾਲੇ ਪੜ੍ਹ ਕੇ ਹੀ ਦਰਸ਼ਨ ਨਹੀਂ ਕੀਤੇ। ਪੜ੍ਹਨ ਤੋਂ ਬਾਅਦ ਫਿਰ ਬੁੱਝਣਾ ਹੈ, ਫਿਰ ਯਤਨ ਕਰਨੇ ਨੇ, ਯਤਨ ਕਰਦੇ ਰਹਿਣਾ ਹੈ। ਇਸ ਵਿਜ਼ਨ ਨੂੰ ਸਾਹਮਣੇ ਰੱਖ ਕੇ ਕਿ ਕਿਰਪਾ ਕਰੇ ਤਾਂ ਸਤਿਗੁਰ ਭੇਟੈ, ਨਦਰੀ ਮੇਲ ਮਿਲਾਵਣਿਆ। ਸਤਿਗੁਰ ਸਰੂਪ ਦੀ ਕਿਰਪਾ ਹੋਣੀ ਹੈ, ਗੁਰੂ ਦੀ ਆਵਾਜ਼ ਦੀ, ਸੱਚੇ ਗਿਆਨ ਦੀ। ਇਹ ਰੱਬੀ ਗਿਆਨ ਹੈ, ਬ੍ਰਹਮ ਦਾ ਗਿਆਨ ਹੈ, ਇਹਦੀ ਕਿਰਪਾ ਹੋਣੀ ਹੈ। ਇਸ ਨੇ ਮੇਲ ਮਿਲਾਪ ਕਰਾਉਣਾ ਬਖਸ਼ਿਸ਼ ਦੇ ਨਾਲ, ਗੁਣਾਂ ਦੇ ਨਾਲ, ਰੱਬ ਦੇ ਨਿਜ਼ਮ ਨੂੰ ਫੋਲੋ ਕਰਨ ਦੀ ਭਾਵਨਾ ਨਾਲ, ਜਜ਼ਬੇ ਨਾਲ, ਲਗਨ ਨਾਲ। ਪਰ ਇਹਦੇ ਤੋਂ ਬਿਨਾਂ ਜਿਹੜੇ ਕਰਮ ਕਾਂਡ ਵਿੱਚ ਫਸੇ ਹੋਏ ਨੇ ਨਾ ਵਿਚਾਰੇ, ਉਹਨਾਂ ਬਾਰੇ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ, ਦੂਜੈ ਭਾਏ ਪੜੈ ਨਹੀਂ ਬੂਝੈ। ਦੂਜੈ ਭਾਏ ਪੜੈ ਨਹੀਂ ਬੂਝੈ। ਅੰਦਰ ਭਾਵਨਾ ਕੋਈ ਹੋਰ ਜਗਾ ਦਿੱਤੀ, ਤੂੰ ਐਂ ਕਰੀ, ਇੰਨੇ ਵਾਰੀ ਪੜ੍ਹੀ, ਤੇਰਾ ਆਹ ਕੰਮ ਹੋ ਜਾਏਗਾ। ਹੁਣ ਕਿਸ ਲਈ ਕਰ ਰਿਹਾ, ਉਹਦਾ ਵਿਜ਼ਨ ਕੀ ਹੈ? ਵਾਈ ਵੀ ਡੂ। ਸਾਨੂੰ ਚਾਹੀਦਾ ਇਹ ਦੇਖਣਾ ਕਿ ਮੈਂ ਕਰ ਕਿਉਂ ਰਿਹਾ। ਉਹ ਤਾਂ ਦੁਨਿਆਵੀ ਪ੍ਰਾਪਤੀਆਂ ਲਈ ਜਿਹੜੀਆਂ ਇੱਛਾਵਾਂ ਕਦੀ ਮੁੱਕਦੀਆਂ ਹੀ ਨਹੀਂ, ਉਹਨਾਂ ਇੱਛਾਵਾਂ ਦੀ ਪੂਰਤੀ ਲਈ ਪੜ੍ਹ ਰਿਹਾ, ਉਹ ਨਹੀਂ ਬੁੱਝਦਾ। ਆਖੋ ਵਾਹਿਗੁਰੂ। ਫਿਰ ਕਹਿੰਦਾ ਜੀ ਬਾਣੀ ਪੜ੍ਹਦਿਆਂ ਜੀ ਨੀਂਦ ਆ ਰਹੀ ਹੈ ਜੀ, ਹੱਦ ਹੋ ਗਈ। ਤੇਰੀ ਤਾਂ ਭਾਵਨਾ ਹੀ ਕੁਛ ਹੋਰ ਹੈ। ਤੂੰ ਤਾਂ ਇੱਥੇ ਖੜਾ ਹੈ ਕਿ ਭਾਵੇਂ ਮੈਨੂੰ ਨੀਂਦ ਆਉਂਦੀ ਹੈ, ਭਾਵੇਂ ਪੜ੍ਹਿਆ ਜਾਵੇ ਨਾ ਪੜ੍ਹਿਆ ਜਾਵੇ, ਮੇਰੀ ਮੰਗ ਪੂਰੀ ਹੋ ਜਾਵੇ। ਤੇਰਾ ਤਾਂ ਵਿਜ਼ਨ ਹੀ ਹੋ ਰਿਹਾ ਹੈ। ਕਿਸੇ ਨੂੰ ਵਿਜ਼ਨ ਜੋੜਤਾ ਮਰਨ ਤੋਂ ਬਾਅਦ। ਇਹ ਤਾਂ ਜਿਉਂਦੇ ਜੀ ਸੁਭਾਅ ਨੂੰ ਸੰਵਾਰਨਾ ਸੀ, ਉਹਦੇ ਲਈ ਪੜ੍ਹਨਾ ਸੀ, ਬੁੱਝਣਾ ਸੀ, ਮੰਨਣਾ ਸੀ ਤੇ ਪ੍ਰੈਕਟੀਕਲ ਜਿਉਣਾ ਸੀ। ਇਸ ਲਈ ਪਿੱਛੇ ਸ਼ਬਦ ਆਇਆ ਬੜਾ ਕਮਾਲ ਦਾ, ਪੜ੍ਹ ਬੁੱਝ ਮਨ ਵਸਾਵਣਿਆ। ਕਿ ਜਿਹੜੇ ਦੂਜੇ ਭਾਏ ਵਿੱਚ ਲਗਨ ਕੋਈ ਹੋਰ ਹੈ, ਵਿਜ਼ਨ ਕੋਈ ਹੋਰ ਹੈ, ਉਸ ਵਿਜ਼ਨ ਸੋਚ ਸੁਭਾਅ ਨੂੰ ਸੰਵਾਰਨ ਦਾ ਵਿਜ਼ਨ ਨਹੀਂ ਹੈ। ਇਸ ਲਈ ਉਹ ਪੜ੍ਹਦੇ ਨੇ, ਬੁੱਝਦੇ ਨਹੀਂ, ਸਮਝਦੇ ਨਹੀਂ। ਕਿਉਂ? ਤਿਰਵਿਦ ਮਾਇਆ ਕਾਰਨ ਲੁੱਝੈ। ਅੰਦਰ ਤਿੰਨ ਵਿਧੀਆਂ ਦੇ ਨਾਲ ਇਹ ਮਾਇਆ ਉੱਠਦੀ ਹੈ। ਤਮੋ ਗੁਣ ਲੈਣ ਦੀ ਬਿਰਤੀ, ਰਜੋ ਗੁਣ ਕੋਈ ਪਦਵੀ ਪ੍ਰਾਪਤ ਕਰਨ ਦੀ ਬਿਰਤੀ, ਸਤੋ ਗੁਣ ਧਰਮ ਦਾ ਕਰਮ ਕਰਨਾ, ਉਹਦੇ ਵਿੱਚ ਵੀ ਤਮਾ ਹੈ, ਉਹਦੇ ਵਿੱਚ ਵੀ ਕੋਈ ਨਾ ਕੋਈ ਲਾਲਚ ਹੈ। ਇਹਦੇ ਵਿੱਚ ਅੰਦਰੋਂ ਉਲਝੇ ਹੋਏ ਨੇ। ਤਿਰਵਿਦ ਬੰਧਨ ਟੂਟੈ ਗੁਰ ਸ਼ਬਦੀ ਮੁਕਤ ਕਰਾਵਣਿਆ। ਗੁਰੂ ਦੇ ਉਪਦੇਸ਼ ਨੂੰ ਮੰਨੇਗਾ ਨਾ ਤਾਂ ਇਹ ਤਿੰਨ ਤਰ੍ਹਾਂ ਦੀਆਂ ਵਿਧੀਆਂ ਤੋਂ ਜਿਹੜਾ ਛੁੱਟੇਗਾ। ਫਿਰ ਇਹਦੇ ਵਿੱਚੋਂ ਜਿੰਨੀਆਂ ਆਦਤਾਂ ਪੈਦਾ ਹੋਈਆਂ ਨੇ ਨਾ, ਜਿਹੜੀ ਤਮਾ ਹੈ, ਲੈਣ ਦੀ ਬਿਰਤੀ ਹੈ, ਉਹਦੇ ਚੋਂ ਮਨ ਦੀਆਂ ਬੜੀਆਂ ਆਦਤਾਂ ਸਵਾਰਥ ਲੋਭ ਦੀਆਂ ਪੈਦਾ ਹੁੰਦੀਆਂ ਨੇ। ਰਜੋਗੁਣ ਪਦਵੀ ਦੇ ਵਿੱਚ ਜਿੰਨੀਆਂ ਆਦਤਾਂ ਨੇ, ਦੂਜੇ ਨੂੰ ਖੁਸ਼ ਕਰਨਾ, ਮੂੰਹ ਤੇ ਚਾਪਲੂਸੀ ਕਰਨੀ, ਪਿੱਠ ਪਿੱਛੇ ਭਾਵੇਂ ਉਹਦਾ ਫਿਊਚਰ ਰੋਲ ਦਿਓ। ਐਸੇ ਰਾਜਨੀਤਿਕ ਲੋਕ ਕਰਦੇ ਨੇ, ਪਦਵੀਆਂ ਦੇ ਲਾਲਚੀ ਲੋਕ ਐਸੇ ਕਰਦੇ ਨੇ। ਮੂੰਹ ਦੇ ਉੱਪਰ ਤੁਹਾਡੀਆਂ ਸਿਫਤਾਂ ਦੀਆਂ ਵਡਿਆਈਆਂ ਦੇ ਪੁਲ ਬੰਨ੍ਹ ਦੇਣਗੇ, ਪਿੱਠ ਪਿੱਛੇ ਦਾਤੀ ਫੇਰ ਦੇਣਗੇ। ਜਿੰਨੀਆਂ ਆਦਤਾਂ ਨੇ ਇਹ ਸਤੋਗੁਣ ਵਿੱਚੋਂ ਨਿਕਲਦੀਆਂ ਨੇ, ਰਜੋਗੁਣ ਵਿੱਚੋਂ ਫਿਰ ਸਤੋਗੁਣ ਹੈ, ਕਰਨੇ ਧਰਮ ਦੇ ਕਰਮ ਹੈ, ਅੰਦਰ ਦੁਨਿਆਵੀ ਪ੍ਰਾਪਤੀ ਹੈ, ਅੰਦਰ ਤਮਾ ਹੈ, ਤਾਂ ਉਹ ਕਰਮ ਕਾਂਡ ਦੀਆਂ ਬੇਅੰਤ ਆਦਤਾਂ ਬਣ ਜਾਣਗੀਆਂ। ਜੋ ਜਿੰਨੀਆਂ ਆਦਤਾਂ ਨੇ ਉਹ ਸਾਰੇ ਬੰਧਨ ਨੇ। ਉਹਨਾਂ ਬੰਧਨਾਂ ਤੋਂ ਮੁਕਤ ਗੁਰੂ ਦੇ ਉਪਦੇਸ਼ ਨੂੰ ਮੰਨਣ ਤੋਂ ਬਿਨਾਂ ਨਹੀਂ ਹੋ ਸਕਦਾ। ਤੇ ਉਪਦੇਸ਼ ਉਹਨਾਂ ਚਿਰ ਨਹੀਂ ਮੰਨਿਆ ਜਾ ਸਕਦਾ ਜਿੰਨਾ ਚਿਰ ਸਮਝਾਂਗੇ ਨਹੀਂ। ਸਮਝਣ ਵਾਸਤੇ ਅਰਥ ਵੀ ਸਿੱਖਣੇ ਨੇ, ਰਮਜਾਂ ਵੀ ਸਿੱਖਣੀਆਂ ਨੇ। ਅੱਜ ਦੇ ਯੁੱਗ ਵਿੱਚ ਸਭ ਤੋਂ ਸੌਖਾ ਤਰੀਕਾ ਅਰਥਾਂ ਸਮੇਤ ਸਹਿਜ ਪਾਠ। ਇਸ ਵੀਡੀਓ ਰਾਹੀਂ ਹੋਰ ਵੀ ਸੌਖਾ ਹੋ ਗਿਆ ਹੈ, ਜਿਵੇਂ ਬਣੀ ਬਣਾਈ ਖੀਰ ਮਿਲ ਜਾਂਦੀ ਹੈ, ਪਰ ਇਹ ਫਾਈਨਲ ਵਰਜ਼ਨ ਨਹੀਂ ਹੈ ਪਿਆਰਿਓ। ਤੁਸੀਂ ਆਪ ਤੁਰਨਾ ਹੈ, ਹੋਰ ਟੁੱਬੀ ਮਾਰਨੀ ਹੈ। ਮੇਰੇ ਤੋਂ ਵੀ ਹੋਰ ਅੱਗੇ ਗਿਆਨ ਦੇ ਮੋਤੀ ਗੁਰੂ ਗ੍ਰੰਥ ਸਾਹਿਬ ਜੀ ਵਿੱਚੋਂ ਸਮਝਣੇ ਨੇ। ਮੇਰੇ ਤੋਂ ਵੀ ਅੱਗੇ ਹੋਰ ਸੋਝੀ ਪ੍ਰਾਪਤ ਕਰਨੀ ਹੈ, ਤੇ ਮੈਨੂੰ ਤੁੱਛ ਜੀ ਬੁੱਧੀ ਜਿੰਨੀ ਕੁ ਸਮਝ ਆਈ ਹੈ ਤੁਹਾਡੇ ਤੱਕ ਪਹੁੰਚਾ ਰਹੇ ਹਾਂ। ਇਹ ਤੇ ਇੱਕ
ਸੇਵਾ ਹੈ, ਕੌਮ ਦੀ ਸੰਗਤਾਂ ਦੀ ਸੇਵਾ ਹੈ। ਇਹ 'ਤੇ ਇੱਕ ਲਗਨ ਲੱਗਣੀ ਹੈ, ਇਹਦੇ 'ਚੋਂ ਇੱਕ ਹਲੂਣਾ ਮਿਲਣਾ ਹੈ, ਮਿੱਠੇ-ਮਿੱਠੇ ਹਲੂਣੇ ਮਿਲਣੇ ਨੇ। ਅੱਗੋਂ ਦੀ ਅੱਗੋਂ ਹਰ ਇੱਕ ਨੇ ਆਪ ਸਿੱਖਣਾ ਹੈ, ਤੇ ਫਿਰ ਸਮਝ ਲੱਗਦੀ ਇਹ ਮਨ ਚੰਚਲ ਵਸ ਨ ਆਵੈ। ਮਨ ਬੜਾ ਚੰਚਲ ਹੈ, ਬੜੇ ਹਮਲੇ ਕਰਦਾ ਹੈ, ਵਸ ਨਹੀਂ ਆਉਂਦਾ। ਕਿਉਂਕਿ ਦੁਬਿਧਾ ਲਾਗੈ ਦਹਿ ਦਿਸ ਧਾਵੈ। ਇਹ ਗੁਰੂ ਦੇ ਮਾਰਗ ਤੇ ਵੀ ਤੁਰਨਾ ਚਾਹੁੰਦਾ, ਤੇ ਦੁਨਿਆਵੀ ਰਸ ਵੀ ਮੰਨਣਾ ਚਾਹੁੰਦਾ, ਕੁਸੰਗੀ ਰਸ ਵੀ ਮੰਨਣਾ ਚਾਹੁੰਦਾ। ਇਹ ਗੁਰੂ ਕੀ ਵਿਚਾਰ ਦਾ ਰਸ ਵੀ ਮੰਨਣਾ ਚਾਹੁੰਦਾ, ਤੇ ਨਿੰਦਾ ਦਾ ਰਸ ਵੀ ਮੰਨਣਾ ਚਾਹੁੰਦਾ। ਇਹ ਪਿਆਰ ਦਾ ਰਸ ਵੀ ਮੰਨਣਾ ਚਾਹੁੰਦਾ, ਤੇ ਨਫ਼ਰਤ ਦਾ ਰਸ ਵੀ ਮੰਨਣਾ ਚਾਹੁੰਦਾ। ਘੁੰਮਣ ਘੇਰੀ ਵਿੱਚ ਦੁਬਿਧਾ 'ਚ ਫਸਿਆ ਹੋਇਆ ਹੈ। ਇਦਾਂ ਲੱਗਦਾ ਜਿਵੇਂ ਬਿਖ ਕਾ ਕੀੜਾ ਬਿਖ ਮਹਿ ਰਾਤਾ, ਬਿਖ ਹੀ ਮਾਹੇ ਸਮਾਵਣਿਆ। ਜਿਵੇਂ ਗੰਦਗੀ ਦਾ ਕੀੜਾ ਗੰਦਗੀ 'ਚ ਪੈਦਾ ਹੁੰਦਾ, ਤੇ ਗੰਦਗੀ 'ਚ ਹੀ ਮਰ ਜਾਂਦਾ। ਇਹ ਮਨ ਵਿਕਾਰਾਂ ਰੂਪੀ ਜ਼ਹਿਰ ਦਾ ਕੀੜਾ ਬਣ ਗਿਆ, ਬਿਖ ਜ਼ਹਿਰ, ਤੇ ਉਸ ਜ਼ਹਿਰੀਲੇ ਰਸ ਵਿੱਚ ਹੀ ਜਿਉਂਦਾ ਹੈ। ਉਹਦੇ ਵਿੱਚ ਹੀ ਆਪਣਾ ਆਤਮਿਕ ਜੀਵਨ ਸਾੜ ਲੈਂਦਾ, ਗੁਣਾਂ ਨੂੰ ਸਾੜ ਲੈਂਦਾ। ਹਾਂ ਹਾਂ ਕਰ ਕਰੇ ਤੈ ਆਪ ਜਣਾਏ। ਫਿਰ ਇਹਦੀ ਜ਼ਿੰਦਗੀ ਦੀ ਧਾਰਾ ਮੈਂ ਕਰਦਾ ਹੈ, ਹੰਕਾਰ ਵਿੱਚ ਜਿਉਂਦਾ ਹੈ। ਤੇ ਹੰਕਾਰ ਵਿੱਚ ਜਿਉਂ ਕੇ ਜਿਤਨੇ ਕਰਮ ਕਰਦਾ ਹੈ, ਦੂਜਿਆਂ ਤੇ ਪ੍ਰਭਾਵ ਪਾਉਣ ਲਈ ਕਰ ਰਿਹਾ ਹੈ, ਆਪਾ ਜਣਾਉਂਦਾ ਹੈ। ਬਹੁ ਕਰਮ ਕਰੈ ਕਿਛ ਥਾਏ ਨਾ ਪਾਏ। ਬੜੇ ਧਰਮ ਦੇ ਕਰਮ ਕਰਦਾ, ਪਰ ਅਸਲੀ ਮਾਰਗ ਇਸ ਨੂੰ ਦਿਸਦਾ ਨਹੀਂ। ਗੁਰਮੁਖ ਸੁਭਾਅ, ਗੁਰਮਤਿ ਵਾਲੀ ਸੋਚ, ਉਹ ਇਹਨੂੰ ਪਤਾ ਨਹੀਂ ਲੱਗਦੀ, ਨਜ਼ਰੀਆ ਨਹੀਂ ਪਤਾ ਲੱਗਦਾ। ਇਸ ਸਭ ਕੁਛ ਵਿੱਚ ਰੱਬ ਦਾ ਨਿਜ਼ਮ ਚੱਲ ਰਿਹਾ। ਤੁਝ ਤੇ ਬਾਹਰ ਕਿਛੁ ਨ ਹੋਵੈ, ਬਖਸ਼ੇ ਸ਼ਬਦ ਸੁਹਾਵਣਿਆ। ਰੱਬ ਦਾ ਨਿਜ਼ਮ ਚੱਲ ਰਿਹਾ। ਵਾਹਿਗੁਰੂ ਜੀ, ਤੁਹਾਡੇ ਨਿਜ਼ਮ ਤੋਂ ਬਾਹਰ ਕੋਈ ਵੀ ਨਹੀਂ। ਜਿਹੜੇ ਤੁਰਦੇ ਨੇ ਉਹਨਾਂ ਨੂੰ ਤੁਸੀਂ ਬਖਸ਼ਿਸ਼ ਦਿੰਦੇ ਹੋ। ਬਖਸ਼ਿਸ਼ ਦੀ ਨਿਸ਼ਾਨੀ ਕੀ ਹੈ? ਉਹ ਗੁਰੂ ਦੇ ਉਪਦੇਸ਼ ਨੂੰ ਮੰਨਣ ਦੀ ਭਾਵਨਾ ਜਾਗਦੀ ਹੈ। ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਉਹਨਾਂ ਦਾ ਸੋਚ ਸੁਭਾਅ, ਉਹਨਾਂ ਦੇ ਵਿਜ਼ਨ, ਉਹਨਾਂ ਦੇ ਕਰਮ ਬਹੁਤ ਸੋਹਣੇ ਬਣ ਜਾਂਦੇ ਨੇ। ਆਖੋ ਉਪਜੈ ਪਚੈ ਹਰ ਬੂਝੈ ਨਾਹੀ। ਵਾਹਿਗੁਰੂ ਸੱਚੇ ਪਾਤਸ਼ਾਹ ਪੈਦਾ ਕਰਦੇ ਨੇ, ਖਤਮ ਕਰਦੇ ਨੇ, ਉਹਨਾਂ ਦੀ ਇੱਕ ਸ਼ਕਤੀ ਹੈ। ਮਨ ਦੇ ਪਿੱਛੇ ਲੱਗਣ ਵਾਲਾ ਉਸ ਨੂੰ ਬੁੱਝਦਾ ਨਹੀਂ, ਉਹਨੂੰ ਸਮਝਦਾ ਨਹੀਂ। ਜਦੋਂ ਇਸ ਮਾਰਗ ਨੂੰ ਸਮਝਦਾ ਨਹੀਂ, ਅੰਦਰ ਚੰਗਾ ਜੀਵਨ, ਚੰਗਾ ਸੁਭਾਅ ਪੈਦਾ ਵੀ ਹੋ ਜਾਂਦਾ ਹੈ, ਤੇ ਨਾਲ ਦੀ ਨਾਲ ਸੜ ਵੀ ਜਾਂਦਾ ਹੈ। ਇਸ ਮਾਰਗ ਤੇ ਤੁਰ ਵੀ ਪੈਂਦਾ ਹੈ, ਡੋਲ ਜਾਂਦਾ ਹੈ, ਰੁਕ ਵੀ ਜਾਂਦਾ ਹੈ, ਛੱਡ ਵੀ ਦਿੰਦਾ। ਆਖੋ ਅਨ ਦਿਨ ਦੂਜੈ ਭਾਏ ਫਿਰਾਹੀਂ। ਦਿਨ ਰਾਤ ਲਗਨ ਦੂਜੇ ਪਾਸੇ ਦੀ ਜ਼ਿਆਦਾ ਖਿੱਚੀ ਰੱਖਦੀ ਹੈ। ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ। ਮਨ ਦੇ ਪਿੱਛੇ ਲੱਗ ਕੇ, ਸੁਭਾਅ ਦੇ ਪਿੱਛੇ ਲੱਗ ਕੇ ਇਹ ਜੀਵਨ ਵਿਅਰਥ ਚਲਿਆ ਜਾਂਦਾ। ਵਿਅਰਥ ਗਿਆ, ਅੰਤ ਵੇਲੇ ਪਛਤਾਵਾ ਪੱਲੇ ਪੈ ਗਿਆ। ਫਿਰ ਪਰਦੇਸ ਸ਼ਿੰਗਾਰ ਬਣਾਏ। ਇਹਨੇ ਜਿੰਨੇ ਧਰਮ ਦੇ ਕਰਮ ਕੀਤੇ ਨਾ, ਇਦਾਂ ਕੀਤੇ ਜਿਵੇਂ ਕਿਸੇ ਔਰਤ ਦਾ ਪਤੀ ਪਰਦੇਸ ਵਿੱਚ ਹੋਵੇ ਤੇ ਉਹ ਸ਼ਿੰਗਾਰ ਕਰਦੀ ਹੋਵੇ। ਸ਼ਿੰਗਾਰ ਕਿਹਦੇ ਲਈ ਹੋ ਰਿਹਾ? ਪਤੀ ਮਿਲਾਪ ਤਾਂ ਹੈ ਹੀ ਨਹੀਂ। ਇਦਾਂ ਹੀ ਧਰਮ ਦੇ ਕਰਮ ਕਰ ਰਿਹਾ, ਪਰ ਗੁਰੂ ਦਾ ਉਪਦੇਸ਼ ਮੰਨਣ ਦੀ ਭਾਵਨਾ ਨਹੀਂ, ਰੱਬ ਦੀ ਭੈ ਭਾਵਨੀ ਨਹੀਂ, ਤੇ ਉਹ ਗੁਰਸਿੱਖੀ ਵਾਲਾ ਜੀਵਨ ਨਹੀਂ ਜਿਉਣਾ ਚਾਹੁੰਦਾ। ਹੱਦ ਹੋ ਗਈ। ਫਿਰ ਕਾਹਦੇ ਲਈ ਕਰ ਰਿਹਾ? ਮਨਮੁਖ ਅੰਧ ਐਸੇ ਕਰਮ ਕਮਾਏ। ਉਹ ਮਨ ਦੇ ਪਿੱਛੇ ਲੱਗਣ ਵਾਲਾ, ਗਿਆਨ ਤੋਂ ਸੱਖਣਾ, ਗਿਆਨ ਦੀਆਂ ਅੱਖਾਂ ਨਹੀਂ ਹੈ, ਮਨ ਅੰਧਾ ਹੈ। ਇਸ ਤਰ੍ਹਾਂ ਉਹ ਧਰਮ ਦੇ ਕਰਮ ਕਮਾਉਂਦਾ ਹੈ। ਫਲਤ ਨਾ ਸ਼ੋਭਾ ਪਲਤ ਨਾ ਢੋਈ, ਬਿਰਥਾ ਜਨਮ ਗਵਾਵਣਿਆ। ਨਾ ਜ਼ਿੰਦਗੀ ਦੇ ਬਾਹਰ ਧਰਮ ਜਿਉ ਸਕਿਆ, ਨਾ ਅੰਦਰ ਧਰਮ ਆ ਸਕਿਆ। ਜਨਮ ਬਿਰਥਾ ਗਵਾ ਰਿਹਾ। ਹਰ ਕਾ ਨਾਮ ਕਿਨੈ ਵਿਰਲਾ ਜਾਤਾ। ਵਿਰਲੇ ਨੇ ਜਿਨ੍ਹਾਂ ਨੇ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਨੂੰ ਪਛਾਣਿਆ, ਸਮਝਿਆ। ਕਿੱਥੋਂ ਸਮਝਿਆ? ਪੂਰੇ ਗੁਰ ਕੈ ਸ਼ਬਦ ਪਛਾਤਾ। ਗੁਰੂ ਦੇ ਉਪਦੇਸ਼ ਨੂੰ ਮੰਨ ਕੇ ਇਹ ਪਹਿਚਾਣ ਆਈ। ਅਨ ਦਿਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਨਿਆ। ਦਿਨ ਰਾਤ ਉਹਨਾਂ ਦਾ ਜਿਉਣਾ ਹੀ ਭਗਤੀ ਬਣ ਗਿਆ। ਦਿਨ ਰਾਤ ਆਤਮਿਕ ਅਡੋਲਤਾ ਵਿੱਚ, ਇਸ ਆਨੰਦ ਰਸ ਦੇ ਵਿੱਚ ਜਿਉਂਦੇ ਨੇ। ਉਹਨਾਂ ਨੂੰ ਉਹ ਸੁੱਖ ਮਿਲ ਗਿਆ ਜਿਹੜਾ ਜ਼ਿੰਦਗੀ ਦੇ ਉਤਰਾਅ ਚੜਾਅ ਦੇ ਵਿੱਚ ਅੰਦਰ ਬਣਿਆ ਰਹਿੰਦਾ, ਜਿਹਨੂੰ ਨਾਨਕ ਭਗਤਾਂ ਸਦਾ ਵਿਗਾਸ ਕਿਹਾ।
ਸਭ ਮਹਿ ਵਰਤੈ ਏਕੋ ਸੋਈ। ਸਮਝ ਲੱਗੀ ਵਾਹਿਗੁਰੂ ਸੱਚੇ ਪਾਤਸ਼ਾਹ ਹਰ ਥਾਂ ਤੇ ਹਰ ਇੱਕ ਦੇ ਵਿੱਚ ਬਖਸ਼ਿਸ਼ਾਂ ਬਣ ਕੇ, ਗੁਣ ਬਣ ਕੇ, ਨਿਜ਼ਮ ਬਣ ਕੇ, ਜੋਤ ਬਣ ਕੇ ਸਮਾਏ ਹੋਏ ਨੇ। ਗੁਰਮੁਖ ਵਿਰਲਾ ਬੁਝੈ ਕੋਈ, ਕੋਈ ਵਿਰਲੇ ਨੇ ਜਿਹੜੇ ਗੁਰੂ ਦੇ ਮੁਖ ਵਿੱਚੋਂ ਨਿਕਲੇ ਹੋਏ ਉਪਦੇਸ਼ ਨੂੰ ਸਮਰਪਿਤ ਹੁੰਦੇ ਨੇ। ਉਹ ਗੁਰਮੁਖ ਜੀਵਨ ਕਹਿਲਾਉਂਦੇ ਨੇ, ਗੁਰਮੁਖ ਸੁਭਾਅ ਵਾਲੇ ਹੁੰਦੇ ਨੇ, ਵਿਰਲੇ ਨੇ, ਬੁੱਝਦੇ ਨੇ ਵਾਹਿਗੁਰੂ ਜੀ ਦੇ ਨਿਜ਼ਮ ਨੂੰ, ਰੱਬੀ ਗਿਆਨ ਨੂੰ, ਰੱਬੀ ਉਪਦੇਸ਼ਾਂ ਨੂੰ। ਨਾਨਕ ਨਾਮ ਰਤੇ ਜਨ ਸੋਹੈ, ਕਰ ਕਿਰਪਾ ਆਪ ਮਿਲਾਵਣਿਆ। ਹੈ ਨਾਨਕ ਜੀ, ਉਹ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਦੇ ਪਿਆਰ ਵਿੱਚ ਭਿੱਜੇ ਰਹਿੰਦੇ ਨੇ। ਉਹਨਾਂ ਦੀ ਸੋਚ ਤੇ ਸੁਭਾਅ ਬਹੁਤ ਸੋਹਣੇ ਬਣ ਜਾਂਦੇ ਨੇ, ਉਹ ਜੀਵਨ ਸੋਹਣੇ ਹੁੰਦੇ ਨੇ, ਕਿਰਪਾ ਦੇ ਪਾਤਰ ਹੁੰਦੇ ਨੇ। ਇਹ ਵਾਹਿਗੁਰੂ ਜੀ ਕਿਰਪਾ ਕਰੋ, ਸਾਰਿਆਂ ਤੇ ਕਿਰਪਾ ਕਰੋ। ਜੋ ਕਿਰਪਾ ਦੇ ਪਾਤਰ ਹੋ ਜਾਂਦੇ ਨੇ, ਇਸ ਮਾਰਗ ਤੇ ਮਿਲਾਪ ਉਹਨਾਂ ਦਾ ਹੋ ਜਾਂਦਾ ਹੈ, ਉਹਨਾਂ ਨੂੰ ਚੰਗਾ ਲੱਗਦਾ ਹੈ। ਸਤਿਗੁਰੂ ਰਹਿਮਤ ਕਰਨ। ਜੋ ਪੜ੍ਹਦੇ ਹਾਂ, ਜੋ ਸਿੱਖਦੇ ਹਾਂ, ਜੋ ਸਮਝਦੇ ਹਾਂ, ਉਹ ਸਾਨੂੰ ਵੀ ਪ੍ਰਾਪਤ ਹੋ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਮਨ ਪੀਵੈ ਸੁਣ ਸ਼ਬਦ ਵਿਚ